ਚਰਚਾਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਮੇਂ-ਸਮੇਂ ਆਪਣੀ ਬਾਣੀ ਲਿਖਦੇ ਰਹੇ ਹਨ। ਉਹ ਉਸ ਬਾਣੀ ਨੂੰ ਇੱਕ ਪੋਥੀ ਦੇ ਰੂਪ ਵਿੱਚ ਆਪਣੇ ਕੋਲ ਹੀ ਰੱਖਦੇ ਸਨ ਅਤੇ ਜਦੋਂ ਉਹਨਾਂ ਨੂੰ ਧੁਰ ਤੋਂ ਬਾਣੀ ਆਉਂਦੀ ਸੀ ਤਾਂ ਉਸ ਨੂੰ ਪੋਥੀ ਵਿੱਚ ਦਰਜ ਕਰ ਲੈਂਦੇ ਸਨ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਯਾਤਰਾ ਮੁਕੰਮਲ ਕਰਕੇ ਜਾਣ ਲੱਗੇ ਤਾਂ ਜਾਣ ਵੇਲੇ ਸੇਲੀ ਟੋਪੀ ਅਤੇ ਉਸ ਪੋਥੀ ਨੂੰ ਉਹ ਆਪਣੇ ਉੱਤਰਾਧਿਕਾਰੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਦੇ ਗਏ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਬੇਸ਼ੱਕ ਬਾਣੀ ਥੋੜ੍ਹੀ ਮਾਤਰਾ ਵਿੱਚ ਲਿਖੀ, ਜਿਸ ਵਿੱਚ ਉਹਨਾਂ ਦੇ ਸ਼ਲੋਕ ਹੀ ਹਨ, ਪਰ ਉਹ ਵੀ ਆਪਣੀ ਬਾਣੀ ਵਿੱਚ ਦਰਜ ਕਰਦੇ ਗਏ। ਉਹ ਵੀ ਸੰਸਾਰ ਨੂੰ ਛੱਡਣ ਸਮੇਂ ਆਪਣੀ ਪੋਥੀ ਸਮੇਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੋਥੀ ਸ੍ਰੀ ਗੁਰੂ ਅਮਰਦਾਸ ਜੀ ਦੇ ਹਵਾਲੇ ਕਰ ਗਏ। ਫਿਰ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਬਾਣੀ ਲਿਖੀ। ਉਹਨਾਂ ਦੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਇੱਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਸਾਰੇ ਗੁਰੂ ਸਾਹਿਬਾਨ ਆਪਣੀ ਗੁਰਗੱਦੀ ਆਪਣੇ ਜਿਉਂਦੇ ਜੀ ਹੀ ਆਪਣੇ ਉੱਤਰਾਧਿਕਾਰੀ ਨੂੰ ਅਰਪਣ ਕਰਦੇ ਰਹੇ ਹਨ। ਇਸ ਕਰਕੇ ਪੂਰੀ ਸੂਝ-ਬੂਝ ਨਾਲ ਉਹ ਆਪਣੀ ਬਾਣੀ ਆਪਣੇ ਉੱਤਰਾਧਿਕਾਰੀ ਦੇ ਸਪੁਰਦ ਕਰ ਜਾਂਦੇ ਸਨ। ਇਸ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਆਪਣੀ ਸਾਰੀ ਬਾਣੀ ਸ੍ਰੀ ਗੁਰੂ ਰਾਮਦਾਸ ਜੀ ਦੇ ਸਪੁਰਦ ਕਰ ਗਏ। ਪਿੱਛੋਂ ਸ੍ਰੀ ਗੁਰੂ ਰਾਮਦਾਸ ਜੀ ਆਪਣੀ ਸਾਰੀ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਪੁਰਦ ਕਰ ਗਏ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੇਲੇ ਗੁਰੂ ਸਾਹਿਬਾਨ ਦੀ ਬਾਣੀ ਦਾ ਪ੍ਰਮਾਣਿਕ ਸੰਕਲਨ ਮੌਜੂਦ ਨਹੀਂ ਸੀ। ਕਿਹਾ ਜਾਂਦਾ ਹੈ ਕਿ ਇੱਕ ਵਾਰ ਗੁਰੂ ਦਰਬਾਰ ਵਿੱਚ ਕਿਸੇ ਸਿੱਖ ਨੇ ਅਸ਼ੁੱਧ ਬਾਣੀ ਉਚਾਰੀ ਤਾਂ ਗੁਰੂ ਜੀ ਨੇ ਉਸ ਨੂੰ ਟੋਕਿਆ। ਉਸ ਦੌਰਾਨ ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਆਪਣੀ ਬਾਣੀ ਲਿਖਣ ਲੱਗ ਪਿਆ ਤਾਂ ਸਿੱਖਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਕੋਲ ਸ਼ਿਕਾਇਤ ਕੀਤੀ। ਉਹਨਾਂ ਸਮਝਿਆ ਕਿ ਸਤਿਗੁਰੂ ਜੀ ਦੀ ਬਾਣੀ ਦਾ ਫੈਸਲਾ ਕਰਨਾ ਮੁਸ਼ਕਲ ਹੋ ਜਾਏਗਾ। ਦੂਜਾ ਕਾਰਨ ਇਹ ਸੀ ਕਿ ਗੁਰੂ ਦਰਬਾਰ ਵਿੱਚ ਸ਼ਬਦ ਕੀਰਤਨ ਹੁੰਦਾ ਸੀ। ਇਹ ਕੰਮ ਡੂਮ, ਮਰਾਸੀ ਅਤੇ ਭੱਟ ਕਰਦੇ ਸਨ। ਉਹ ਲੋਕ ਲਾਲਚੀ ਹੁੰਦੇ ਸਨ। ਇਸ ਕਰਕੇ ਉਹਨਾਂ ਨੂੰ ਪੈਸੇ ਦੇ ਕੇ ਗੁਰੂ ਪਰੰਪਰਾ ਦੇ ਵਿਰੋਧੀ ਗੁਰਬਾਣੀ ਤੋਂ ਇਲਾਵਾ ਕਿਸੇ ਦਾ ਵੀ ਜਸ ਕਰਵਾਉਂਦੇ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਹਿਸੂਸ ਕੀਤਾ ਕਿ ਕਿਉਂ ਨਾ ਉਹਨਾਂ ਦੇ ਸਿੱਖ ਹੀ ਕੀਰਤਨ ਕਰਿਆ ਕਰਨ। ਇਸ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਫੈਸਲਾ ਲਿਆ ਕਿ ਸਾਰੀ ਬਾਣੀ ਨੂੰ ਇੱਕ ਜਿਲਦ ਵਿੱਚ ਤਿਆਰ ਕੀਤਾ ਜਾਏ ਤਾਂ ਕਿ ਇਸ ਵਿੱਚ ਬਾਹਰੀ ਕੱਚੀਆਂ ਬਾਣੀਆਂ ਦਾਖਲ ਨਾ ਹੋ ਸਕਣ। ਇਹ ਗੱਲ ਵੀ ਜ਼ਿਕਰਯੋਗ ਹੈ ਕਿ ਗੁਰੂ ਸਾਹਿਬ ਨੇ ਸੰਤਾਂ, ਭਗਤਾਂ ਅਤੇ ਪੱਟਾਂ ਦੀਆਂ ਬਾਣੀਆਂ ਕਿਉਂ ਦਰਜ ਕੀਤੀਆਂ। ਦਰਅਸਲ ਗੁਰੂ ਸਾਹਿਬ ਆਪਣੇ ਤੋਂ ਪਹਿਲਾਂ ਹੋਏ ਸੰਤ ਮਹਾਤਮਾਵਾਂ ਤੇ ਗੁਰੂਆਂ ਦੀਆਂ ਬਾਣੀਆਂ ਦਾ ਪਾਠ ਕਰਿਆ ਕਰਦੇ ਸਨ। ਉਪਦੇਸ਼ ਰੂਪ ਵਿੱਚ ਆਪਣੇ ਸਿੱਖਾਂ ਨੂੰ ਸੁਣਾਉਂਦੇ ਸਨ। ਇਸ ਕਰਕੇ ਭਗਤਾਂ ਦੀ ਬਾਣੀ ਅਤੇ ਪੱਟਾਂ ਦੇ ਸਵਈਏ ਵੀ ਦਰਜ ਕਰ ਲਏ ਗਏ। ਉਸ ਵੇਲੇ ਬੇਸ਼ੱਕ ਉਹਨਾਂ ਕੋਲ ਪਹਿਲੇ 4 ਗੁਰੂ ਸਾਹਿਬਾਨ ਦੀ ਅਤੇ ਆਪਣੀ ਬਾਣੀ ਮੌਜੂਦ ਸੀ, ਪਰ ਗੋਬਿੰਦਵਾਲ ਵਿਖੇ ਜਿਹੜੀਆਂ 2 ਪੋਥੀਆਂ ਸ੍ਰੀ ਗੁਰੂ ਅਮਰਦਾਸ ਜੀ ਦੇ ਸਪੁੱਤਰ ਬਾਬਾ ਮੋਹਨ ਜੀ ਕੋਲ ਮੌਜੂਦ ਸੀ, ਉਹਨਾਂ ਦਾ ਵਿਸ਼ਲੇਸ਼ਣ ਕਰਨਾ ਵੀ ਜ਼ਰੂਰੀ ਸੀ ਤਾਂ ਕਿ ਸਾਰੀ ਬਾਣੀ ਦਾ ਤੁਲਨਾਤਮਕ ਅਧਿਐਨ ਕੀਤਾ ਜਾ ਸਕੇ। ਇਸ ਕਰਕੇ ਬੜਾ ਉਦਮ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਹ 2 ਪੋਥੀਆਂ ਬਾਬਾ ਮੋਹਨ ਜੀ ਤੋਂ ਲਈਆਂ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਫਿਰ ਭਾਈ ਗੁਰਦਾਸ ਜੀ ਨੂੰ ਆਪਣੇ ਨਾਲ ਲਿਆ ਅਤੇ ਆਪਣੀ ਨਿਗਰਾਨੀ ਵਿੱਚ ਉਹਨਾਂ ਕੋਲੋਂ ਸਾਰੀ ਬਾਣੀ ਲਿਖਵਾਉਂਦੇ ਰਹੇ। ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲੇਖਨ ਜਦੋਂ ਮੁਕੰਮਲ ਹੋ ਗਿਆ ਤਾਂ ਇਸ ਗ੍ਰੰਥ ਦਾ ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ ਗਿਆ। ਉਸ ਵੇਲੇ ਇਸ ਨੂੰ ਪੋਥੀ ਸਾਹਿਬ ਆਖਿਆ ਜਾਂਦਾ ਸੀ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ ਗਿਆ ਤਾਂ ਇਸ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਨੂੰ ਥਾਪਿਆ ਗਿਆ। ਬਾਬਾ ਬੁੱਢਾ ਜੀ ਨਿਤ ਗ੍ਰੰਥ ਸਾਹਿਬ ਦਾ ਵਾਕ ਪੜ੍ਹ ਕੇ ਸੁਣਾਉਂਦੇ ਸਨ। ਉਹ ਇੱਕ ਅਜਿਹੇ ਪਾਵਨ ਸ਼ਖਸੀਅਤ ਦੇ ਮਾਲਕ ਸਨ ਕਿ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਨਮੁਖ ਰਹੇ। ਉਹ ਇੱਕ ਪੂਰਨ ਬ੍ਰਹਮ ਗਿਆਨੀ ਸਨ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿੱਚ ਹੋਇਆ ਤਾਂ ਉਸ ਵੇਲੇ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਪੁੱਛਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖ ਆਸਨ ਰਾਤ ਨੂੰ ਕਿੱਥੇ ਕੀਤਾ ਜਾਏਗਾ। ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਵਾਬ ਦਿੱਤਾ
ਕਿ ਕੋਠਾ ਸਾਹਿਬ ਵਿੱਚ ਇੱਕ ਨਵਾਂ ਪਲੰਘ ਤਿਆਰ ਕਰਵਾ ਕੇ ਰੱਖਿਆ ਗਿਆ ਹੈ। ਰਾਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖ ਆਸਨ ਉਸ ਪਲੰਘ ਤੇ ਕੀਤਾ ਜਾਏਗਾ ਅਤੇ ਮੈਂ ਉਸ ਕਮਰੇ ਵਿੱਚ ਧਰਤੀ ਤੇ ਆਰਾਮ ਕਰਾਂਗਾ। ਕਿਹਾ ਜਾਂਦਾ ਹੈ ਕਿ ਉਸ ਦਿਨ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਲੰਘ ਕੋਲ ਜ਼ਮੀਨ ਤੇ ਹੀ ਆਰਾਮ ਕਰਦੇ ਸਨ। ਉਸ ਪਿੱਛੋਂ ਫਿਰ ਉਹ ਆਪਣੇ ਨਿਵਾਸ ਗੁਰੂ ਕੇ ਮਹਿਲ ਵਿੱਚ ਨਹੀਂ ਗਏ। ਕਹਿੰਦੇ ਹਨ, ਜਦੋਂ ਗੁਰੂ ਜੀ ਨੇ ਗ੍ਰੰਥ ਤਿਆਰ ਕਰ ਲਿਆ ਤਾਂ ਆਪਣੇ ਇੱਕ ਸੇਵਕ ਭਾਈ ਬੰਨੋ ਨੂੰ ਉਸ ਤੇ ਜਿਲਦ ਬਣਾਉਣ ਲਈ ਲਾਹੌਰ ਭੇਜਿਆ। ਭਾਈ ਬੰਨੋ ਨੇ ਰਾਹ ਵਿੱਚ ਸਮਾਂ ਪਾ ਕੇ ਆਦਿ ਗ੍ਰੰਥ ਦੀ ਮੂਲ ਬੀੜ ਦਾ ਇੱਕ ਉਤਾਰਾ ਹੋਰ ਤਿਆਰ ਕਰ ਲਿਆ, ਜਿਸ ਨੂੰ ਖਾਰੀ ਬੀੜ ਤੇ ਬੰਨੋ ਵਾਲੀ ਬੀੜ ਆਖਿਆ ਜਾਂਦਾ ਹੈ। ਉਸ ਵੇਲੇ ਉਸ ਬੀੜ ਵਿੱਚ 30 ਰਾਗ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਤਿਆਰ ਕੀਤੀ ਬੀੜ ਨੂੰ ਧੀਰਮਲ ਖੋਹ ਕੇ ਕਰਤਾਰਪੁਰ ਲੈ ਗਿਆ, ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਉਸ ਕੋਲੋਂ ਖੋਹਣਾ ਠੀਕ ਨਾ ਸਮਝਿਆ। ਉਹ ਬੀੜ ਹੁਣ ਵੀ ਕਰਤਾਰਪੁਰ ਦੇ ਗੁਰਦੁਆਰੇ ਵਿੱਚ ਮੌਜੂਦ ਹੈ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਭਾਈ ਮਨੀ ਸਿੰਘ ਜੀ ਕੋਲੋਂ ਬੀੜ ਲਿਖਵਾਈ, ਜਿਸ ਵਿੱਚ ਗੁਰੂ ਪਿਤਾ ਦੀ ਬਾਣੀ ਦਰਜ ਕੀਤੀ। ਬਾਬਾ ਦੀਪ ਸਿੰਘ ਜੀ ਵੀ ਸਹਾਇਕ ਬਣੇ। ਇਸ ਤਰ੍ਹਾਂ ਸਾਰੀ ਬਾਣੀ 31 ਰਾਗਾਂ ਵਿੱਚ ਲਿਖੀ ਗਈ ਹੈ, ਜਿਸ ਵਿੱਚ ਗੁਰੂ ਤੇਗ ਬਹਾਦਰ ਜੀ ਦੁਆਰਾ ਰਚਿਤ ਰਾਗ ਜੈਜੈਵੰਤੀ ਵੀ ਸ਼ਾਮਿਲ ਹੈ। ਇਸ ਲਈ ਕੁੱਲ 31 ਰਾਗ ਹਨ। ਦੱਸਣਯੋਗ ਹੈ ਕਿ ਦਸ਼ਮੇਸ਼ ਪਿਤਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗੱਦੀ ਦੇਣ ਤੋਂ ਪਹਿਲਾਂ ਗੁਰੂ ਪਿਤਾ ਦੀ ਬਾਣੀ ਸ਼ਾਮਿਲ ਕਰ ਲਈ। ਇਸ ਬੀੜ ਨੂੰ ਦਮਦਮੀ ਬੀੜ ਆਖਿਆ ਜਾਂਦਾ ਹੈ।